ਹੈਲੋ ਸਟੂਡੈਂਟਸ। तो ਅੱਜ ਅਸੀਂ ਕਰਾਂਗੇ ਫਿਜ਼ਿਕਸ ਦਾ ਨੈਕਸਟ ਟੌਪਿਕ ਦੈਟ ਇਜ਼ ਦਾ ਬ੍ਰਾਂਚਿਸ ਆਫ ਫਿਜ਼ਿਕਸ। ਪਿਛਲੇ ਲੈਕਚਰ ਦੇ ਵਿੱਚ ਅਸੀਂ ਜਿਹੜੀਆਂ ਕੀਤੀਆਂ ਸੀ ਫੰਡਾਮੈਂਟਲ ਕੁਆਂਟੀਟੀਜ਼ ਅਤੇ ਉਹਨਾਂ ਦੀਆਂ ਯੂਨਿਟਸ ਕੀਤੀਆਂ ਸੀਗੀਆਂ। ਅੱਜ ਅਸੀਂ ਇਹ ਸਮਝਾਂਗੇ ਵੀ ਫਿਜ਼ਿਕਸ ਦੀਆਂ ਮੇਨ ਕਿਹੜੀਆਂ ਬ੍ਰਾਂਚਿਸ ਆ, ਇਹਦੇ ਵਿੱਚ ਕਿਹੜੀਆਂ ਮੇਨ ਡੋਮੇਨਸ ਆ। ਸੋ ਫਿਜ਼ਿਕਸ ਦੀ ਜਿਹੜੀ ਸਟੱਡੀ ਆ ਇਹਦੇ ਵਿੱਚ ਦੋ ਮੇਨ ਡੋਮੇਨਸ ਆ। ਫਸਟ ਇਜ਼ ਮੈਕਰੋਸਕੋਪਿਕ, ਸੈਕੰਡ ਇਜ਼ ਮਾਈਕਰੋਸਕੋਪਿਕ। ਮੈਕਰੋਸਕੋਪਿਕ ਮਤਲਬ ਹੁੰਦਾ ਵੀ ਜਿਹੜੇ ਪਾਰਟੀਕਲਸ ਦੀ ਉਹਨਾਂ ਚੀਜ਼ਾਂ ਦੀ ਸਟੱਡੀ ਕਰਨੀ ਜਿਹੜੀਆਂ ਸਾਈਜ਼ ਦੇ ਵਿੱਚ ਵੱਡੀਆਂ ਵਾ, ਚੀਜ਼ਾਂ ਉਹਨਾਂ ਨੂੰ ਅਸੀਂ ਬੋਲਦੇ ਹਾਂ ਮੈਕਰੋਸਕੋਪਿਕ ਸਟੱਡੀ। ਅਤੇ ਜਿਹੜੀ ਮਾਈਕਰੋਸਕੋਪਿਕ ਸਟੱਡੀ ਆ ਜਿਹਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ, ਮਤਲਬ ਸਿੱਧੇ ਅੱਖ ਨਾਲ ਨਹੀਂ ਸਾਨੂੰ ਦਿਖਦੀਆਂ, ਮਾਈਕਰੋ ਲੈਵਲ 'ਤੇ ਹੁੰਦੀਆਂ, ਬਹੁਤ ਜ਼ਿਆਦਾ ਛੋਟੀਆਂ ਹੁੰਦੀਆਂ, ਜਿਵੇਂ ਕਿ ਐਟਮਸ, ਮੋਲੀਕਿਊਲਸ, ਨਿਊਕਲੀਅਸ, ਇਲੈਕਟ੍ਰੋਨਸ, ਪ੍ਰੋਟੋਨਸ, ਇਹਨਾਂ ਦੀ ਸਟੱਡੀ ਜਿਹੜੀ ਆ ਉਹ ਮਾਈਕਰੋਸਕੋਪਿਕ ਲੈਵਲ ਸਟੱਡੀ ਆ। ਜਿਹੜੀ ਮੈਕਰੋਸਕੋਪਿਕ ਸਟੱਡੀ ਆ ਮੇਨਲੀ ਅਸੀਂ ਫਿਜ਼ਿਕਸ ਦੇ ਵਿੱਚ ਇਹੀ ਕਰਦੇ ਹਾਂ, ਮੈਕਰੋਸਕੋਪਿਕ, ਇਹਨੂੰ ਅਸੀਂ ਬੋਲਦੇ ਹਾਂ ਕਲਾਸੀਕਲ ਫਿਜ਼ਿਕਸ। ਅਤੇ ਦੂਸਰੀ ਜਿਹੜੀ ਮਾਈਕਰੋ ਲੈਵਲ 'ਤੇ ਅਸੀਂ ਸਟੱਡੀ ਕਰਦੇ ਹਾਂ, ਇਹ ਬਹੁਤ ਘਾਟੇ ਦਾ ਪੋਰਸ਼ਨ ਹੈ ਮਾਈਕਰੋਸਕੋਪਿਕ ਲੈਵਲ ਦਾ ਫਿਜ਼ਿਕਸ ਦੇ ਵਿੱਚ, ਜ਼ਿਆਦਾਤਰ ਕੈਮਿਸਟਰੀ 'ਚ ਮਿਲੂਗਾ ਤੁਹਾਨੂੰ। ਮਾਈਕਰੋਸਕੋਪਿਕ ਲੈਵਲ 'ਤੇ ਜਿਹੜੀ ਸਟੱਡੀ ਆ ਉਹਨੂੰ ਬੋਲਦੇ ਅਸੀਂ ਕੁਆਂਟਮ ਫਿਜ਼ਿਕਸ। ਠੀਕ ਹੈ ਜੀ। ਸੋ ਕਲਾਸੀਕਲ ਫਿਜ਼ਿਕਸ ਜਿਹੜੀ ਹੈ, ਕਲਾਸੀਕਲ ਫਿਜ਼ਿਕਸ ਡੀਲਿੰਗ ਵਿਦ ਦੀ ਮੈਕਰੋਸਕੋਪਿਕ ਫਿਨੋਮੀਨਾ। ਮੈਕਰੋਸਕੋਪਿਕ ਮੀਨਸ ਜਿਹੜੇ ਵੱਡੇ ਲੈਵਲ 'ਤੇ ਫਿਨੋਮੀਨਾ ਹੁੰਦੇ ਆ, ਵੀ ਜਿਵੇਂ ਅਰਥ ਸੂਰਜ ਦੁਆਲੇ ਘੁੰਮਦੀ ਪਈ ਆ, ਅਰਥ ਆਪਣੀ ਐਕਸਿਸ ਦੁਆਲੇ ਘੁੰਮਦੀ ਪਈ ਆ, ਇਹਨੂੰ ਕਿਹੜੇ ਲਾਜ਼ ਨੇ ਐਕਸਪਲੇਨ ਕੀਤਾ, ਇਹਨਾਂ ਦੀ ਸਟੱਡੀ ਕਰਨੀ। ਜਾਂ ਇੱਕ ਚਾਰਜ ਨੇ ਦੂਸਰੇ ਚਾਰਜ ਨੂੰ ਰਿਪੈਲ ਕਰਤਾ, ਇੱਕ ਮੈਗਨੇਟ ਨੇ ਦੂਜੀ ਮੈਗਨੇਟ ਨੂੰ ਰਿਪੈਲ ਕਰਤਾ, ਮੋਟਰਸ ਦੀ, DC ਜਨਰੇਟਰਸ ਦੀ, ਇਹ ਸਾਰੀ ਸਟੱਡੀ ਨੂੰ ਅਸੀਂ ਜਿਹੜਾ ਵਾ ਕਲਾਸੀਕਲ ਫਿਜ਼ਿਕਸ 'ਚ ਪਾਉਂਦੇ ਹਾਂ। ਇਹਦੀਆਂ ਗਾਂ ਕਿਹੜੀਆਂ ਬ੍ਰਾਂਚਿਸ ਆ, ਵਿੱਚ ਇਨਕਲੂਡ ਵੇਰੀਅਸ ਬ੍ਰਾਂਚਿਸ ਲਾਈਕ, ਇਹਦੀਆਂ ਮੇਨ 4 ਬ੍ਰਾਂਚਿਸ ਆ ਕਲਾਸੀਕਲ ਫਿਜ਼ਿਕਸ ਦੀਆਂ। ਮਕੈਨਿਕਸ ਦੇ ਵਿੱਚ ਸਾਰੇ ਨਿਊਟਨ ਦੇ ਲਾ, ਗ੍ਰੈਵੀਟੇਸ਼ਨ ਬਾਰੇ ਜਾਂ ਹੋਰ ਫਲੂਇਡਸ ਬਾਰੇ ਇਹ ਇਨਕਲੂਡ ਹੁੰਦਾ। ਸੈਕੰਡ ਇਜ਼ ਓਪਟਿਕਸ ਅਸੀਂ ਜਿੱਦਾਂ 10th ਦੇ ਵਿੱਚ ਪੜ੍ਹੀ ਸੀ, ਲਾਈਟ ਬਾਰੇ, ਰਿਫਲੈਕਸ਼ਨ ਬਾਰੇ, ਰਿਫਰੈਕਸ਼ਨ ਬਾਰੇ, ਜਾਂ ਹੋਰ ਵੀ ਇਹ ਤੋਂ ਕਿਹੜੇ ਇੰਸਟਰੂਮੈਂਟ ਬਣ ਸਕਦੇ ਆ ਓਪਟੀਕਲ ਇੰਸਟਰੂਮੈਂਟਸ, ਜਿਵੇਂ ਕਿ ਮਾਈਕਰੋਸਕੋਪ, ਟੈਲੀਸਕੋਪ, ਇਹਨਾਂ ਬਾਰੇ ਇਹ ਸਾਰੀ ਸਟੱਡੀ ਇਹਦੇ ਵਿੱਚ ਹੁੰਦੀ ਆ ਓਪਟਿਕਸ ਦੇ ਵਿੱਚ। ਥਰਮੋਡਾਇਨਮਿਕਸ, ਦਿਸ ਇਜ਼ ਰਿਲੇਟਡ ਟੂ ਦੀ ਰੈਫਰੀਜਰੇਟਰ, ਏਅਰ ਕੰਡੀਸ਼ਨਰਸ, ਇੰਜਨਸ ਬਾਰੇ, ਇਹ ਵੀ ਸਟੱਡੀ ਇਹਦੇ ਵਿੱਚ ਫਿਜ਼ਿਕਸ ਦੇ ਵਿੱਚ ਇਨਕਲੂਡਡ ਹੁੰਦੀ ਹੈ। ਅਤੇ ਇਲੈਕਟ੍ਰੋਡਾਇਨਮਿਕਸ, ਇਹ ਬਹੁਤ ਇੰਪੋਰਟੈਂਟ ਆ ਇਲੈਕਟ੍ਰੀਸਿਟੀ ਬਾਰੇ ਅਤੇ ਮੈਗਨੇਟਿਜ਼ਮ ਬਾਰੇ। ਅਤੇ ਇਹਦੇ ਵਿੱਚ ਹੀ ਇੱਕ ਮੇਨ ਸਟੱਡੀ ਹੁੰਦੀ ਆ ਇਲੈਕਟ੍ਰੋਮੈਗਨੈਟਿਕ ਵੇਵਜ਼ ਬਾਰੇ, ਜਿਵੇਂ ਕਿ ਐਕਸ-ਰੇਜ਼ ਹੋ ਗਈਆਂ, ਰੇਡੀਓ ਵੇਵਜ਼ ਹੋ ਗਈਆਂ, ਅਲਟਰਾਸੋਨਿਕ ਵੇਵਜ਼ ਹੋ ਗਈਆਂ, ਇਹ ਸਾਰੀਆਂ ਇਲੈਕਟ੍ਰੋਡਾਇਨਮਿਕਸ ਦੇ ਵਿੱਚ ਆ ਜਾਂਦੀਆਂ। ਅਲਟਰਾਸੋਨਿਕ ਸਾਊਂਡ ਵੇਵ ਦੀ ਇੱਕ ਟਾਈਪ ਆ। ਇਲੈਕਟ੍ਰੋਡਾਇਨਮਿਕਸ 'ਚ ਮੇਨ ਜਿਹੜੀ ਸਟੱਡੀ ਹੁੰਦੀ ਹੈ ਇਲੈਕਟ੍ਰੀਸਿਟੀ ਬਾਰੇ ਜਾਂ ਮੈਗਨੇਟਿਜ਼ਮ ਬਾਰੇ, ਅਤੇ ਉਹ ਤੋਂ ਅੱਗੇ ਆਪਾਂ ਕਰਦੇ ਹਾਂ ਇਲੈਕਟ੍ਰੋਮੈਗਨੈਟਿਕ ਵੇਵਜ਼ ਬਾਰੇ ਸਟੱਡੀ, ਜਿਹੜੀਆਂ ਕਿ ਮਤਲਬ ਇੰਟਰਨਲ ਔਰਗਨਸ ਵਗੈਰਾ ਨੂੰ ਦੇਖਣ ਦੇ ਕੰਮ ਹੁੰਦੀਆਂ, ਜਾਂ ਹੋਰ ਮਟੀਰੀਅਲ ਟੈਸਟਿੰਗ ਪਰਪਜ਼ ਲਈ ਕੰਮ ਹੁੰਦੀਆਂ, ਜਾਂ ਸਿਗਨਲ ਨੂੰ ਟਰਾਂਸਮਿਸ਼ਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਟਰਾਂਸਮਿਟ ਕਰਨ ਦੇ ਕੰਮ ਆਉਂਦੀਆਂ। ਇਹਦੇ ਬਾਰੇ ਸਟੱਡੀ ਹੋਏਗੀ, ਇਹਦੇ ਵਿੱਚ ਕਲਾਸੀਕਲ ਲੈਵਲ ਦੀ ਫਿਜ਼ਿਕਸ ਹੋਏਗੀ ਇਹ। ਠੀਕ ਹੈ ਜੀ। ਹੁਣ ਜਿਹੜੀ ਕੁਆਂਟਮ ਫਿਜ਼ਿਕਸ ਆ, ਇਟ ਡੀਲਸ ਵਿਦ ਦੀ ਮਾਈਕਰੋਸਕੋਪਿਕ ਫਿਨੋਮੀਨਾ ਐਟ ਮਿਨਿਊਟ ਸਕੇਲ ਆਫ ਐਟਮਸ, ਮੋਲੀਕਿਊਲਸ, ਨਿਊਕਲੀਅਸ, ਇਲੈਕਟ੍ਰੋਨਸ, ਛੋਟੇ ਲੈਵਲ 'ਤੇ ਜਿਹੜੇ ਛੋਟੇ ਪਾਰਟੀਕਲਸ ਆ ਉਹਨਾਂ ਦੀ ਸਟੱਡੀ ਕਰਨਾ, ਉਹਨੂੰ ਕੁਆਂਟਮ ਫਿਜ਼ਿਕਸ ਬੋਲਦੇ ਆ। ਠੀਕ ਹੈ ਜੀ। ਹੁਣ ਆਪਾਂ ਜੇਕਰ ਫਿਜ਼ਿਕਸ ਦੇ ਵਿੱਚ ਗੱਲ ਕਰੀਏ ਤਾਂ ਫੋਰਸਿਸ ਜਿਹੜੀਆਂ ਵਾ ਉਹ ਕਿਹੜੇ ਨੇਚਰ ਦੀਆਂ ਹੁੰਦੀਆਂ ਉਹਨਾਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਬਾਰੇ ਸਾਇੰਟਿਸਟ ਨੇ ਗੱਲਾਂ ਕੀਤੀਆਂ ਸੀ। ਸਾਇੰਟਿਸਟ ਨੇ ਕੁਛ ਆਪਣੇ ਲਾਜ਼ ਦਿੱਤੇ ਸੀ, ਨਿਊਟਨ ਨੇ ਲਾ ਦਿੱਤਾ ਸੀ, ਜਾਂ ਕੂਲਮਸ ਨੇ ਆਪਣਾ ਲਾ ਦਿੱਤਾ ਸੀ, ਫੈਰੇਡੇ ਨੇ ਲਾ ਦਿੱਤਾ ਸੀ, ਕਈ ਸਾਇੰਟਿਸਟ ਨੇ ਜਿਹੜੇ ਆਪਣੇ ਲਾ ਦਿੱਤੇ ਸੀ, ਜਿਹੜੇ ਆਪਾਂ ਅੱਗੇ ਜਾ ਕੇ ਫਿਜ਼ਿਕਸ 'ਚ ਪੜ੍ਹਨੇ ਆ। ਉਹਨਾਂ ਦੀ ਆਪਾਂ ਥੋੜ੍ਹੀ ਜਿਹੀ ਬਰੀਫਲੀ ਉਹਨਾਂ ਬਾਰੇ ਕਰਦੇ ਹਾਂ। ਗ੍ਰੈਵੀਟੇਸ਼ਨਲ ਫੋਰਸ, ਸ਼ੋਰਟ ਦੇ ਵਿੱਚ ਉਹਨਾਂ ਬਾਰੇ ਪੜ੍ਹਦੇ ਹਾਂ। ਗ੍ਰੈਵੀਟੇਸ਼ਨਲ ਫੋਰਸ ਕੀ ਹੁੰਦੀ ਆ? ਨੇਚਰ ਦੇ ਵਿੱਚ 3 ਕਾਈਂਡ ਦੀਆਂ ਮੇਨ ਫੋਰਸਿਸ ਆ। ਨੇਚਰ ਦੇ ਵਿੱਚ 3 ਤਰ੍ਹਾਂ ਦੀਆਂ ਮੇਨ ਫੋਰਸਿਸ ਆ, ਗ੍ਰੈਵੀਟੇਸ਼ਨਲ ਫੋਰਸ, ਇਲੈਕਟ੍ਰੋਮੈਗਨੈਟਿਕ ਫੋਰਸ, ਅਤੇ ਤੀਜੀ ਹੁੰਦੀ ਆ ਨਿਊਕਲੀਅਰ ਫੋਰਸ। ਇਹ 3 ਫੋਰਸਿਸ ਸਾਡੇ ਨੇਚਰ ਵਿੱਚ ਕੰਮ ਕਰਦੀਆਂ। ਇਹ 3 ਟਾਈਪਸ ਆਫ ਫੋਰਸਿਸ ਸਾਡੇ ਨੇਚਰ ਵਿੱਚ ਕੰਮ ਆਉਂਦੀਆਂ ਵਾ। ਗ੍ਰੈਵੀਟੇਸ਼ਨਲ ਫੋਰਸ ਕੀ ਚੀਜ਼ ਹੈ? ਇਟ ਇਜ਼ ਦ ਫੋਰਸ ਆਫ ਅਟਰੈਕਸ਼ਨ ਬਿਟਵੀਨ 2 ਓਬਜੈਕਟਸ ਡਿਊ ਟੂ ਦੇਅਰ ਮਾਸਿਸ। ਯੂਨੀਵਰਸ ਦੇ ਉੱਤੇ ਕੋਈ ਵੀ 2 ਓਬਜੈਕਟਸ ਜਿਨ੍ਹਾਂ ਦਾ ਮਾਸ ਆ, ਜਿਵੇਂ ਕਿ ਇੱਕ ਪਲੈਨਟ, ਦੂਜਾ ਸਨ ਹੋ ਗਿਆ, ਇੱਕ ਅਰਥ ਹੋ ਗਈ, ਇੱਕ ਮੂਨ ਹੋ ਗਿਆ, ਜਿੰਨੀ ਵੀ ਯੂਨੀਵਰਸ ਦੇ ਵਿੱਚ ਜਿੰਨੀਆਂ ਵੀ ਓਬਜੈਕਟਸ ਆ ਜਿਨ੍ਹਾਂ ਦਾ ਕੋਈ ਮਾਸ ਆ, ਉਹ ਇੱਕ ਦੂਸਰੇ ਦੇ ਉੱਤੇ ਨਾ ਇੱਕ ਫੋਰਸ ਲਾਉਂਦੀਆਂ ਅਟਰੈਕਸ਼ਨ ਦੀ। ਜਿੱਦਾਂ ਸਾਨੂੰ ਅਰਥ ਨੇ ਖਿੱਚ ਕੇ ਰੱਖਿਆ ਹੋਇਆ ਨਾ, ਅਤੇ ਸਾਡੇ 'ਤੇ ਕੀ ਲਗਾਉਂਦੀ ਪਈ ਅਰਥ? ਇੱਕ ਗ੍ਰੈਵੀਟੇਸ਼ਨਲ ਫੋਰਸ ਲਗਾਉਂਦੀ ਪਈ ਆ। ਇਟ ਇਜ਼ ਦ ਫੋਰਸ ਆਫ ਅਟਰੈਕਸ਼ਨ ਬਿਟਵੀਨ 2 ਓਬਜੈਕਟਸ ਡਿਊ ਟੂ ਦੇਅਰ ਮਾਸਿਸ ਐਂਡ ਇਜ਼ ਗਵਰਨਡ ਬਾਏ, ਅਤੇ ਇਹਦੇ ਉੱਤੇ ਫਾਰਮੂਲਾ ਕਿਹਨੇ ਇਹਦੇ ਉੱਤੇ ਲਾ ਬਣਾਇਆ ਸੀ ਆਪਣਾ?
ਨਿਊਟਨ ਲਾ ਆਫ ਗ੍ਰੈਵੀਟੇਸ਼ਨ ਉਸ ਲਾ ਨੂੰ ਬੋਲਦੇ ਆ। ਨਿਊਟਨ ਨੇ ਬਣਾਇਆ ਸੀ ਇਹ ਲਾ, ਇਹ ਆਪਾਂ 6th ਯੂਨਿਟ 'ਚ ਜਾ ਕੇ ਹਲੇ ਪੜ੍ਹਨਾ ਵਾ। ਉਹਦਾ ਗ੍ਰੈਵੀਟੇਸ਼ਨਲ ਫੋਰਸ ਇਨ ਨੇਚਰ ਦੀ ਵੀਕੈਸਟ ਫੋਰਸ ਆ, ਸਭ ਤੋਂ ਜ਼ਿਆਦਾ ਨੇਚਰ ਦੇ ਵਿੱਚ ਜਿਹੜੀ ਵੀਕੈਸਟ ਫੋਰਸ ਆ ਉਹ ਗ੍ਰੈਵੀਟੇਸ਼ਨਲ ਫੋਰਸ ਆ। ਪਰ ਇਹਦੀ ਖਾਸੀਅਤ ਕੀ ਆ, ਇਹ ਲੌਂਗ ਰੇਂਜ ਫੋਰਸ ਆ, ਬਹੁਤ ਜ਼ਿਆਦਾ ਦੂਰੀ ਤੱਕ ਲੱਗ ਜਾਂਦੀ ਆ। ਹੁਣ ਆਪਣੇ ਦੇਖੀਏ ਧਰਤੀ ਤੋਂ ਸੂਰਜ ਦੀ ਕਿੱਡੀ ਦੂਰੀ ਆ, ਫਿਰ ਵੀ ਸੂਰਜ ਨੇ ਧਰਤੀ ਨੂੰ ਆਪਣੇ ਦੁਆਲੇ ਖਿੱਚ ਕੇ ਰੱਖਿਆ, ਤਦੀ ਧਰਤੀ ਉਹਦੇ ਦੁਆਲੇ ਘੁੰਮਦੀ ਆ। ਆਪਣੇ ਧਰਤੀ ਤੇ ਮੂਨ ਦੇ ਵਿੱਚ ਕਿੱਡੀ ਜ਼ਿਆਦਾ ਦੂਰੀ ਹੈ, ਫਿਰ ਵੀ ਆਪਾਂ ਮੂਨ ਨੂੰ ਖਿੱਚ ਕੇ ਰੱਖਿਆ ਤੇ ਮੂਨ ਜਿਹੜਾ ਧਰਤੀ ਦੁਆਲੇ ਘੁੰਮਦਾ ਵਾ, ਇਹਦੀ ਜਿਹੜੀ ਰੇਂਜ ਵਾ ਇਹ ਬਹੁਤ ਜ਼ਿਆਦਾ ਹੁੰਦੀ ਆ। ਲੌਂਗ ਰੇਂਜ ਫੋਰਸਿਸ ਆ ਇਹ, ਲੌਂਗ ਰੇਂਜ ਫੋਰਸਿਸ ਆ। ਉੱਦਾਂ ਵੀਕ ਫੋਰਸਿਸ ਹੀ ਆ ਇਹ, ਜੇ ਉੱਦਾਂ ਆਪਾਂ ਦੇਖੀਏ ਤਾਂ ਇੱਕ ਵੀਕ ਫੋਰਸਿਸ ਆ। ਠੀਕ ਹੈ ਜੀ, ਨੇਚਰ ਦੇ ਵਿੱਚ ਸਭ ਤੋਂ ਜ਼ਿਆਦਾ ਵੀਕ ਫੋਰਸਿਸ ਗ੍ਰੈਵੀਟੇਸ਼ਨਲ ਫੋਰਸ ਆ। ਨੈਕਸਟ ਇਜ਼ ਦਾ ਇਲੈਕਟ੍ਰੋਮੈਗਨੈਟਿਕ ਫੋਰਸ। ਇਲੈਕਟ੍ਰੋਮੈਗਨੈਟਿਕ ਫੋਰਸ ਦੇ ਵਿੱਚ ਦੋ ਹਿੱਸੇ ਆ ਜਾਂਦੇ, ਇੱਕ ਤਾਂ ਇਲੈਕਟ੍ਰੋਸਟੈਟਿਕ। ਸਟੈਟਿਕ ਵਰਡ ਦਾ ਮਤਲਬ ਹੁੰਦਾ ਜਦੋਂ ਚਾਰਜ ਰੈਸਟ 'ਤੇ ਹੋਵੇ, ਸਟੈਟਿਕ ਹੋਵੇ, ਸਟੈਟਿਕ ਚੀਜ਼ ਹੋਵੇ। ਇਟ ਇਜ਼ ਦਾ ਫੋਰਸ ਆਫ ਅਟਰੈਕਸ਼ਨ ਔਰ ਰਿਪਲਸ਼ਨ ਬਿਟਵੀਨ ਟੂ ਚਾਰਜਿਸ ਐਟ ਰੈਸਟ। ਜਦੋਂ ਦੋ ਚਾਰਜ ਰੈਸਟ 'ਤੇ ਪਏ ਆ, ਉਹਨਾਂ ਦੇ ਵਿੱਚ ਜਿਹੜੀ ਅਟਰੈਕਸ਼ਨ ਦੀ ਜਾਂ ਰਿਪਲਸ਼ਨ ਦੀ, ਇਹਦੇ ਦੋ ਨੇਚਰ ਹੋ ਸਕਦੇ। ਇਹ ਆਲਵੇਜ਼ ਅਟਰੈਕਸ਼ਨ ਹੀ ਆ, ਗ੍ਰੈਵੀਟੇਸ਼ਨ ਵਾਲੀ ਹਮੇਸ਼ਾ ਅਟਰੈਕਟਿੰਗ ਨੇਚਰ ਦੀ ਹੁੰਦੀ, ਖਿੱਚਦੀ ਆ ਮਤਲਬ ਚੀਜ਼ ਨੂੰ ਆਪਣੇ ਵੱਲ। ਅਤੇ ਜਿਹੜੀ ਇਲੈਕਟ੍ਰੋਮੈਗਨੈਟਿਕ ਫੋਰਸ ਆ ਉਹ ਅਟਰੈਕਸ਼ਨ ਦੀ ਵੀ ਹੋ ਸਕਦੀ ਹੈ, ਰਿਪਲਸ਼ਨ ਦੀ ਵੀ ਹੋ ਸਕਦੀ ਆ। ਜੇ ਤਾਂ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਆ ਉਹ ਇੱਕ ਦੂਸਰੇ ਨੂੰ ਅਟਰੈਕਟ ਕਰਨਗੇ, ਮਤਲਬ ਅਨਲਾਈਕ ਚਾਰਜਿਸ ਆ ਉਹ ਇੱਕ ਦੂਸਰੇ ਨੂੰ ਅਟਰੈਕਟ ਕਰਨਗੇ। ਜੇ ਲਾਈਕ ਚਾਰਜਿਸ ਆ, ਪੋਜ਼ੀਟਿਵ ਆ ਅਤੇ ਦੂਜਾ ਵੀ ਪੋਜ਼ੀਟਿਵ ਆ, ਫਿਰ ਉਹ ਇੱਕ ਦੂਜੇ ਨੂੰ ਦੂਰ ਧਕੇਲਣਗੇ, ਮਤਲਬ ਰਿਪੈਲ ਕਰਨਗੇ। ਠੀਕ ਹੈ ਜੀ। ਸੋ ਇਹ ਇਲੈਕਟ੍ਰੋਮੈਗਨੈਟਿਕ ਫੋਰਸ ਦੀ ਜਿਹੜੀ ਪਹਿਲੀ ਟਾਈਪ ਇਲੈਕਟ੍ਰੋਸਟੈਟਿਕ ਫੋਰਸ, ਇਹ ਦੋ ਤਰੀਕੇ ਦੀ ਹੋ ਸਕਦੀ, ਅਟਰੈਕਸ਼ਨ ਜਾਂ ਰਿਪਲਸ਼ਨ। ਉਹ ਡਿਪੈਂਡ ਕਰਦਾ ਵੀ ਚਾਰਜ ਕਿਹੜੇ ਨੇਚਰ ਦਾ, ਜੇ ਪੋਜ਼ਿਟਿਵ ਤੇ ਰਿਪੈਲ ਕਰਨਗੇ, ਪੋਜ਼ਿਟਿਵ ਨੈਗੇਟਿਵ ਤੇ ਅਟਰੈਕਟ ਕਰਨਗੇ, ਨੈਗੇਟਿਵ ਵੀ ਰਿਪੈਲ ਹੀ ਕਰੂਗੀ। ਠੀਕ ਹੈ ਜੀ। ਦੂਜੀ ਇਹਦੀ ਟਾਈਪ ਆ ਜਾਂਦੀ ਇਲੈਕਟ੍ਰੋਮੈਗਨੈਟਿਕ। ਵਰਡ ਦਾ ਕੀ ਮਤਲਬ, ਇਲੈਕਟ੍ਰੋਮੈਗਨੈਟਿਕ ਫੋਰਸ ਜਦੋਂ ਦੋ ਚਾਰਜਿਸ ਮੂਵ ਕਰਦੇ ਹੋਣ, ਉਹਨਾਂ ਵਿਚਲੀ ਜਿਹੜੀ ਅਟਰੈਕਸ਼ਨ ਜਾਂ ਰਿਪਲਸ਼ਨ ਦੀ ਫੋਰਸ। ਇਟ ਇਜ਼ ਅ ਫੋਰਸ ਆਫ ਅਟਰੈਕਸ਼ਨ ਔਰ ਰਿਪਲਸ਼ਨ ਬਿਟਵੀਨ ਟੂ ਮੂਵਿੰਗ ਚਾਰਜਿਸ। ਜਦੋਂ ਚਾਰਜ ਮੂਵ ਕਰਨ ਲੱਗ ਪਏ, ਜਿੱਦਾਂ ਵਾਇਰਸ ਦੇ ਵਿੱਚ ਕਰੰਟ ਮੂਵ ਕਰਦਾ ਨਾ, ਚਾਰਜ ਮੂਵ ਕਰਦਾ ਵਾ, ਉਹ ਜਦੋਂ ਚਾਰਜ ਮੋਸ਼ਨ 'ਚ ਹੁੰਦਾ ਉਦੋਂ ਜਿਹੜੀ ਫੋਰਸ ਹੁੰਦੀ ਉਹਨਾਂ ਵਿੱਚ, ਉਹਨੂੰ ਅਸੀਂ ਕਿਹੜੀ ਫੋਰਸ ਬੋਲਦੇ ਹਾਂ, ਇਲੈਕਟ੍ਰੋਮੈਗਨੈਟਿਕ ਫੋਰਸ। ਠੀਕ ਹੈ ਜੀ। ਸੋ ਇਹ ਦੋ ਤਰ੍ਹਾਂ ਦੀ ਹੋ ਗਈ। ਇਹ ਜਿਹੜੀ ਸਟਰੋਂਗ ਫੋਰਸ ਆ, ਐਜ਼ ਕੰਪੇਅਰ ਟੂ ਗ੍ਰੈਵਿਟੀ ਦੇ ਹਿਸਾਬ ਨਾਲ ਆਈਏ ਤਾਂ ਇਹ ਸਟਰੋਂਗ ਫੋਰਸ ਆ। ਗ੍ਰੈਵਿਟੀ ਦੇ ਹਿਸਾਬ ਨਾਲ ਇੱਕ ਸਟਰੋਂਗ ਫੋਰਸ ਆ, ਗ੍ਰੈਵਿਟੀ ਇਹਦੇ ਨਾਲੋਂ ਵੀਕ ਆ, ਇਹ ਸਟਰੋਂਗ ਫੋਰਸ ਆ। ਠੀਕ ਹੈ ਜੀ। ਇਹਦੀ ਰੇਂਜ ਵੀ, ਇਹ ਵੀ ਲੌਂਗ ਰੇਂਜ ਫੋਰਸ ਆ। ਇਹ ਜਿਹੜੀ ਇਲੈਕਟ੍ਰੋਮੈਗਨੈਟਿਕ ਫੋਰਸ ਆ ਇਹ ਵੀ ਲੌਂਗ ਰੇਂਜ ਫੋਰਸ ਆ, ਪਰ ਇਹਦੇ ਲਈ ਰਿਕੁਆਇਰਮੈਂਟ ਕੀ ਆ, ਵੀ ਚਾਰਜ ਹੋਣਾ ਚਾਹੀਦਾ ਬੋਡੀਜ਼ 'ਤੇ। ਦੋ ਬੋਡੀਜ਼ ਨੂੰ ਇੱਕ ਦੂਸਰੇ ਨੂੰ ਰਿਪੈਲ ਜਾਂ ਅਟਰੈਕਟ ਕਰਨ ਲਈ ਉਹਨਾਂ ਦੇ ਉੱਤੇ ਕੀ ਹੋਣਾ ਜ਼ਰੂਰੀ ਹੈ, ਚਾਰਜ ਹੋਣਾ ਜ਼ਰੂਰੀ ਹੈ। ਉਹਨਾਂ ਦੇ ਉੱਤੇ ਪੋਜ਼ੀਟਿਵ ਜਾਂ ਫਿਰ ਨੈਗੇਟਿਵ ਚਾਰਜ ਹੋਵੇ। ਠੀਕ ਹੈ ਜੀ। ਫਿਰ ਹੀ ਉਹ ਇਹਨਾਂ 'ਤੇ ਇਲੈਕਟ੍ਰੋਮੈਗਨੈਟਿਕ ਫੋਰਸ ਜਿਹੜੀ ਕੰਮ ਕਰੇਗੀ। ਪਰ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਆ ਉਹਦੇ ਲਈ ਕੋਈ ਚਾਰਜ ਦੀ ਸਾਨੂੰ ਰਿਕੁਆਇਰਮੈਂਟ ਨਹੀਂ। ਕੋਈ ਵੀ ਦੋ ਆਬਜੈਕਟ ਜਿਨ੍ਹਾਂ ਦਾ ਮਾਸ ਆ, ਜਿਨ੍ਹਾਂ ਵਿੱਚ ਮਟੀਰੀਅਲ ਆ, ਉਹ ਇੱਕ ਦੂਸਰੇ ਨੂੰ ਖਿੱਚਦੀਆਂ। ਠੀਕ ਹੈ। ਜਿੱਦਾਂ ਹੁਣ ਮਤਲਬ ਅਰਥ ਦੇ ਉੱਤੇ, ਅਰਥ ਨੇ ਇੰਨੀ ਜ਼ਿਆਦਾ ਫੋਰਸ ਨਾਲ ਆਪਾਂ ਨੂੰ ਖਿੱਚਿਆ ਹੋਇਆ ਨਾ ਕਿ ਆਪਾਂ ਇੱਕ ਦੂਸਰੇ ਨੂੰ ਇੱਦਾਂ ਅਟਰੈਕਟ ਨਹੀਂ ਕਰਦੇ ਗਏ। ਇਹ ਨਹੀਂ ਸਮਝ ਲੈਣਾ ਵੀ ਜਿੱਦਾਂ ਦੋ ਬੋਡੀਜ਼ ਧਰਤੀ 'ਤੇ ਪਈਆਂ ਵਾ ਉਹ ਇੱਕ ਦੂਸਰੇ ਨੂੰ ਖਿੱਚਣ ਲੱਗ ਪੈਣੀਆਂ, ਕਿਉਂਕਿ ਦੋਨਾਂ ਨੂੰ ਧਰਤੀ ਨੇ ਖਿੱਚ ਕੇ ਰੱਖਿਆ ਹੋਇਆ ਵਾ। ਅਤੇ ਆਪਣੀ ਜਿਹੜੀ ਦੋ ਮਤਲਬ ਉਹ ਬੋਡੀਜ਼ ਦੀ ਫੋਰਸ ਆ ਧਰਤੀ ਦੇ ਉੱਤੇ ਜੇ ਆਪਾਂ ਲਾਈਏ ਤਾਂ ਉਹ ਬਹੁਤ ਘੱਟ ਆ ਉਹਦੇ ਮੁਕਾਬਲੇ। ਠੀਕ ਹੈ ਜੀ। ਸੋ ਥਰਡ ਇਜ਼ ਕਿਹੜੀ ਕਾਈਂਡ ਦੀ ਫੋਰਸ ਹੈਗੀ ਹੈ, ਨਿਊਕਲੀਅਰ ਫੋਰਸ। ਇਟ ਇਜ਼ ਦਾ ਸਟਰੋਂਗੈਸਟ ਫੋਰਸ ਇਨ ਨੇਚਰ। ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਸਟਰੋਂਗ ਫੋਰਸ ਜਿਹੜੀ ਆ ਉਹ ਨਿਊਕਲੀਅਰ ਫੋਰਸ ਆ। ਨਿਊਕਲੀਅਸ ਦੇ ਅੰਦਰ ਐਟਮ ਹੁੰਦੇ ਆ ਨਾ, ਐਟਮ ਦੇ ਵਿੱਚ ਛੋਟੇ ਜਿਹੇ ਨਿਊਕਲੀਅਸ ਹੁੰਦੇ ਆ। ਨਿਊਕਲੀਅਸ ਦੇ ਅੰਦਰ ਜਿਹੜੀਆਂ ਫੋਰਸਿਸ ਆ ਨਾ ਉਹ ਸਭ ਤੋਂ ਸਟਰੋਂਗ ਆ ਦੁਨੀਆ ਦੇ ਵਿੱਚ। ਹੁੰਦਾ ਕੀ ਆ ਨਿਊਕਲੀਅਸ ਦੇ ਅੰਦਰ, ਨਿਊਕਲੀਅਸ ਦੇ ਅੰਦਰ ਹੁੰਦੇ ਪ੍ਰੋਟੋਨ ਅਤੇ ਨਿਊਟਰੋਨ, ਪਾਰਟੀਕਲ ਹੁੰਦੇ ਬਹੁਤ ਛੋਟੇ ਛੋਟੇ, ਪ੍ਰੋਟੋਨ ਅਤੇ ਨਿਊਟਰੋਨ। ਇਟ ਇਜ਼ ਦਾ ਸਟਰੋਂਗ ਅਟਰੈਕਟਿਵ ਫੋਰਸਿਸ ਆਪਰੇਟਿੰਗ ਬਿਟਵੀਨ ਪ੍ਰੋਟੋਨਸ ਐਂਡ ਨਿਊਟਰੋਨਸ ਇਨਸਾਈਡ ਦੀ ਨਿਊਕਲੀਅਸ। ਨਿਊਕਲੀਅਸ ਦੇ ਅੰਦਰ ਪ੍ਰੋਟੋਨ ਅਤੇ ਨਿਊਟਰੋਨ ਨੂੰ ਜਿਹਨੇ ਬੰਨ੍ਹ ਕੇ ਰੱਖਿਆ ਹੋਇਆ, ਬਾਈਂਡ ਕਰਕੇ ਰੱਖਿਆ ਹੋਇਆ, ਉਸ ਫੋਰਸ ਨੂੰ ਕੀ ਕਹਿੰਦੇ ਹਾਂ ਅਸੀਂ, ਨਿਊਕਲੀਅਰ ਫੋਰਸ ਕਹਿੰਦੇ ਹਾਂ। ਅਤੇ ਇਹ ਸਭ ਤੋਂ ਜ਼ਿਆਦਾ ਸਟਰੋਂਗ ਆ ਨੇਚਰ ਦੇ ਵਿੱਚ। ਪਰ ਇਹਦੀ ਇੱਕ ਖਾਮੀ ਆ ਵੀ ਇਹ ਸ਼ੋਰਟ ਰੇਂਜ ਫੋਰਸ ਆ, ਮਤਲਬ ਇਹਦਾ ਨਾ ਦਾਇਰਾ ਵੱਡਾ ਨਹੀਂ ਹੈਗਾ, ਬਹੁਤ ਘੱਟ ਦਾਇਰੇ 'ਚ ਇਹ ਲੱਗਦੀ ਹੈ। ਨਿਊਕਲੀਅਸ ਦੇ ਅੰਦਰ ਅੰਦਰ ਹੀ ਲੱਗਦੀ ਆ, ਬਾਹਰ ਨਹੀਂ ਕਿਤੇ ਲੱਗਦੀ ਹੈ। ਠੀਕ ਹੈ ਜੀ। ਸੋ ਨਿਊਕਲੀਅਸ ਦੇ ਅੰਦਰ ਅੰਦਰ ਲਈ ਇਹਦਾ ਦਾਇਰਾ ਵਾ, ਛੋਟਾ ਦਾਇਰਾ ਵਾ, ਸ਼ੋਰਟ ਰੇਂਜ ਆ। ਠੀਕ ਹੈ ਜੀ। ਸੋ ਜੇ ਆਪਾਂ ਇਹਨਾਂ ਦੀ ਰੇਸ਼ੋ ਕੱਢੀਏ ਵੀ ਜਿੱਦਾਂ ਆਪਾਂ ਦੇਖੀਏ ਵੀ ਕਿਹੜੀ ਕਿੰਨੀ ਜ਼ਿਆਦਾ ਸਟਰੋਂਗ ਆ, ਜੇ ਗ੍ਰੈਵੀਟੇਸ਼ਨਲ ਫੋਰਸ 1 ਹੋਵੇ ਅਤੇ ਇਲੈਕਟ੍ਰੋਮੈਗਨੈਟਿਕ ਫੋਰਸ ਉਹ ਤੋਂ 10 ਦੀ ਪਾਵਰ 36 ਗੁਣਾ ਜ਼ਿਆਦਾ ਹੁੰਦੀ ਆ। 10 ਦੀ ਪਾਵਰ 36 ਗੁਣਾ ਜ਼ਿਆਦਾ ਹੁੰਦੀ ਆ। 10 ਦੀ ਪਾਵਰ 36 ਹੋ, 10 ਰੇਜ਼ ਟੂ ਪਾਵਰ 36 ਟਾਈਮਸ ਹਾਇਰ ਹੁੰਦੀ ਆ ਇਹ ਇਲੈਕਟ੍ਰੋਮੈਗਨੈਟਿਕ ਫੋਰਸ। ਜਿਹੜੀ ਨਿਊਕਲੀਅਰ ਫੋਰਸ ਆ ਉਹ 10 ਰੇਜ਼ ਟੂ ਪਾਵਰ 38 ਗੁਣਾ ਹੁੰਦੀ ਹੈ। ਕਹਿਣ ਦਾ ਮਤਲਬ ਉਦੋਂ ਵੀ ਜ਼ਿਆਦਾ ਵਾ। ਸਭ ਤੋਂ ਜ਼ਿਆਦਾ ਫਿਰ ਕਿਹੜੀ ਆ, ਨਿਊਕਲੀਅਰ ਫੋਰਸ ਹੀ ਆ। ਇਹ ਜਿਹੜੀ ਫੋਰਸ ਆ 10 ਦੀ ਪਾਵਰ 38 ਗੁਣਾ ਜ਼ਿਆਦਾ ਕੀ ਨਾਲੋਂ, ਗ੍ਰੈਵਿਟੀ ਨਾਲੋਂ। ਅਤੇ ਜੇ ਇਹ ਤੋਂ ਲਾਈਏ ਤਾਂ ਇਹ ਤੋਂ ਵੀ ਜ਼ਿਆਦਾ ਵਾ। ਇਹ ਤੋਂ ਕਿੰਨੀ ਜ਼ਿਆਦਾ, 2 ਪਾਵਰਾਂ ਜ਼ਿਆਦਾ ਵਾ। 2 ਪਾਵਰਸ ਜ਼ਿਆਦਾ ਨਾ, 36 ਅਤੇ 38 ਦੇ ਵਿੱਚ 2 ਪਾਵਰ ਦਾ ਫਰਕ ਆ। ਮਤਲਬ 10 ਦੀ ਪਾਵਰ 2 ਜ਼ਿਆਦਾ ਵਾ, ਇਹ 100 ਗੁਣਾ ਜ਼ਿਆਦਾ ਵਾ। 10 ਦੀ ਪਾਵਰ 2 ਦਾ ਮਤਲਬ 100 ਟਾਈਮਸ। ਸੋ ਨਿਊਕਲੀਅਰ ਫੋਰਸ ਇਜ਼ 100 ਟਾਈਮਸ ਸਟਰੋਂਗਰ ਦੈਨ ਦੀ ਇਲੈਕਟ੍ਰੋਮੈਗਨੈਟਿਕ ਫੋਰਸ।
ਨਿਊਕਲੀਅਰ ਫੋਰਸ ਇਜ਼ 100 ਟਾਈਮਸ ਸਟਰੋਂਗਰ ਦੈਨ ਦੀ ਇਲੈਕਟ੍ਰੋਮੈਗਨੈਟਿਕ ਫੋਰਸ। ਇਹ ਉਹੀ ਨਿਊਕਲੀਅਰ ਫੋਰਸ ਆ ਜਿਹਨੇ ਪ੍ਰੋਟੋਨਸ ਨੂੰ ਤੇ ਨਿਊਟਰੋਨਸ ਨੂੰ ਨਿਊਕਲੀਅਸ ਦੇ ਅੰਦਰ ਬਾਈਂਡ ਕਰਕੇ ਰੱਖਿਆ ਹੋਇਆ ਵਾ। ਠੀਕ ਹੈ ਜੀ। Gravitational and electromagnetic forces are long range forces whereas nuclear forces are short range forces। ਉਸ ਤੋਂ ਬਾਅਦ ਆਪਾਂ ਕੁਝ ਕੁ ਲਾਜ਼ ਪੜ੍ਹਦੇ ਹਾਂ, ਨੇਚਰ ਆਫ ਫਿਜ਼ੀਕਲ ਲਾਜ਼, ਜਿਹੜੇ ਲਾਜ਼ ਬਣੇ ਹੋਏ ਆ ਨੇਚਰ ਦੇ, ਜਨਰਲੀ ਆਪਾਂ ਨੂੰ ਅੰਡਰਸਟੈਂਡ ਹੋ ਜਾਂਦੇ ਇਹ ਡੇਲੀ ਲਾਈਫ 'ਚ ਹੀ ਅਸੀਂ ਓਬਜ਼ਰਵ ਕਰਦੇ ਹਾਂ। ਸਭ ਤੋਂ ਪਹਿਲਾ ਲਾ ਹੈਗਾ ਲਾ ਆਫ ਕੰਜ਼ਰਵੇਸ਼ਨ ਆਫ ਮਾਸ। ਕੰਜ਼ਰਵਡ ਮਤਲਬ ਹੁੰਦਾ, ਕੰਜ਼ਰਵੇਸ਼ਨ ਦਾ ਮਤਲਬ ਕੀ ਹੁੰਦਾ, ਸੁਰੱਖਿਅਤ, ਜਿਹਦੀ ਵੈਲਿਊ ਸੁਰੱਖਿਅਤ ਰਹਿੰਦੀ ਹੋਵੇ, ਜਿਹਦੀ ਵੈਲਿਊ ਨਾ ਘਟੇ ਨਾ ਵਧੇ, ਜਿੰਨੀ ਹੈਗੀ ਉਨੀ ਰਹੇਗੀ। ਲਾ ਆਫ ਕੰਜ਼ਰਵੇਸ਼ਨ ਆਫ ਮਾਸ ਦਾ ਮਤਲਬ ਕੀ ਹੈ ਵੀ ਯੂਨੀਵਰਸ ਦੇ ਵਿੱਚ ਜਿੰਨਾ ਵੀ ਮਾਸ ਵਾ, ਜਿੰਨਾ ਵੀ ਮਾਸ ਪਿਆ ਵਾ, ਜਿੰਨੇ ਵੀ ਕਿਲੋਗ੍ਰਾਮਸ 'ਚ ਉਹਦੇ 'ਤੇ ਮਾਸ ਪਿਆ ਵਾ, ਉਹ ਨਾ ਹੀ ਘਟ ਸਕਦਾ ਵਾ ਅਤੇ ਨਾ ਹੀ ਵੱਧ ਸਕਦਾ ਵਾ। ਇਹ ਕੀ ਬੋਲਿਆ ਗਿਆ ਸੀ ਲਾ ਆਫ ਕੰਜ਼ਰਵੇਸ਼ਨ ਆਫ ਮਾਸ ਦੇ ਵਿੱਚ, ਵੀ ਯੂਨੀਵਰਸ ਦਾ ਮਾਸ ਕੀ ਰਹਿੰਦਾ ਵਾ, ਕੌਂਸਟੈਂਟ ਰਹਿੰਦਾ। ਕੌਂਸਟੈਂਟ ਦਾ ਮਤਲਬ ਬਦਲਦਾ ਨਹੀਂ। ਠੀਕ ਹੈ ਜੀ। ਫਿਰ ਲਾ ਆਫ ਕੰਜ਼ਰਵੇਸ਼ਨ ਆਫ ਐਨਰਜੀ ਆਇਆ। ਇਹਨੇ ਕੀ ਦੱਸਿਆ ਸਾਨੂੰ ਵੀ ਐਨਰਜੀ ਕੈਨ ਨਾਈਦਰ ਵੀ ਕ੍ਰੀਏਟਡ, ਨਾ ਅਸੀਂ ਐਨਰਜੀ ਬਣਾ ਸਕਦੇ ਹਾਂ, ਨੋਰ ਡਿਸਟਰੋਇਡ, ਨਾ ਹੀ ਅਸੀਂ ਉਹਨੂੰ ਖਤਮ ਕਰ ਸਕਦੇ ਹਾਂ, ਬਟ ਵੀ ਕੈਨ ਚੇਂਜ ਫਰੋਮ ਵਨ ਫੋਰਮ ਟੂ ਅਦਰ, ਪਰ ਅਸੀਂ ਇਹਨੂੰ ਇੱਕ ਫੋਰਮ ਤੋਂ ਦੂਜੀ ਫੋਰਮ 'ਚ ਬਦਲ ਸਕਦੇ ਹਾਂ। ਜਿਵੇਂ ਹੁਣ ਬਾਲਣ ਪਿਆ ਵਾ, ਬਾਲਣ 'ਚ ਕਿਹੜੀ ਐਨਰਜੀ, ਕੈਮੀਕਲ ਐਨਰਜੀ, ਅਸੀਂ ਉਹਨੂੰ ਅੱਗ ਲਾਤੀ, ਲਾਈਟ ਪੈਦਾ ਹੋਈ, ਲਾਈਟ ਐਨਰਜੀ ਬਣ ਗਈ। ਹੀਟ ਐਨਰਜੀ, ਵਿੱਚੋਂ ਸੇਕ ਨਿਕਲਣਾ ਸ਼ੁਰੂ ਹੋਇਆ, ਹੀਟ ਐਨਰਜੀ ਬਣ ਗਈ। ਸੋ ਅਸੀਂ ਐਨਰਜੀ ਦੀ ਫੋਰਮ ਚੇਂਜ ਕਰ ਸਕਦੇ ਹਾਂ, ਪਰ ਅਸੀਂ ਐਨਰਜੀ ਨੂੰ ਨਸ਼ਟ ਨਹੀਂ ਕਰ ਸਕਦੇ ਅਤੇ ਨਾ ਹੀ ਪੈਦਾ ਕਰ ਸਕਦੇ ਹਾਂ। ਸਿਰਫ ਇੱਕ ਫੋਰਮ ਤੋਂ ਦੂਜੀ ਫੋਰਮ 'ਚ ਉਹਨੂੰ ਬਦਲ ਸਕਦੇ ਹਾਂ। ਵੀ ਕੋਲੇ ਦੇ ਵਿੱਚ ਐਨਰਜੀ ਪਈ ਸੀ ਕੈਮੀਕਲ ਐਨਰਜੀ ਦੀ ਫੋਰਮ 'ਚ, ਜਦੋਂ ਅਸੀਂ ਇਹਨੂੰ ਬਾਲਿਆ ਉਹ 'ਚੋਂ ਲਾਈਟ ਅਤੇ ਹੀਟ ਪੈਦਾ ਹੋਈ, ਉਹ ਕਿਹੜੀ ਫੋਰਮ ਬਣ ਗਈ, ਲਾਈਟ ਐਨਰਜੀ ਅਤੇ ਹੀਟ ਐਨਰਜੀ ਦੀ ਫੋਰਮ। ਠੀਕ ਹੈ ਜੀ। ਸੋ ਇਨ ਕਲਾਸੀਕਲ ਮਕੈਨਿਕਸ ਜੇ ਆਪਾਂ ਵੱਡੇ ਲੈਵਲ 'ਤੇ ਦੇਖੀਏ, ਥੀਸ ਟੂ ਆਰ ਸੈਪਰੇਟ ਪ੍ਰਿੰਸੀਪਲਸ, ਇਹ ਦੋਨੇ ਕਹਿੰਦਾ ਅਲੱਗ-ਅਲੱਗ ਲਾਜ਼ ਆ, ਸੈਪਰੇਟ ਪ੍ਰਿੰਸੀਪਲਸ ਆ। ਇਹ ਤੋਂ ਬਾਅਦ ਇੱਕ ਬੰਦਾ ਆਇਆ, ਸਾਇੰਟਿਸਟ ਆ ਆਇਨਸਟਾਈਨ, ਐਲਬਰਟ ਆਇਨਸਟਾਈਨ। ਐਲਬਰਟ ਆਇਨਸਟਾਈਨ ਦਾ ਤੁਸੀਂ ਨਾਮ ਤਾਂ ਸੁਣਿਆ ਹੋਊਗਾ। ਉਹਨੇ ਇੱਕ ਰਿਲੇਸ਼ਨ ਦਿੱਤਾ, ਮਾਸ ਐਨਰਜੀ ਇਕੁਇਵਲੈਂਸ ਰਿਲੇਸ਼ਨ। ਉਹਨੇ ਕਿਹਾ ਵੀ ਆ ਜਿਹੜੇ ਦੋਨੇ ਲਾਅ ਆ ਨਾ, ਇਹਨਾਂ ਨੂੰ ਇਕੱਠਾ ਕਰਤਾ ਉਹਨੇ ਇੱਕ ਲਾਅ ਬਣਾਤਾ। ਉਹਨੇ ਕਿਹਾ ਵੀ ਜੇ ਕਿਤੇ ਮਾਸ ਖਤਮ ਹੁੰਦਾ ਪਿਆ ਵਾ, ਜੇ ਕਿਤੇ ਮਾਸ ਘਟ ਗਿਆ ਵਾ, ਉੱਥੇ ਊਰਜਾ ਪੈਦਾ ਹੋਈ ਹੋਊਗੀ, ਅਤੇ ਜੇ ਕਿਤੇ ਊਰਜਾ ਘਟੀ ਆ, ਉੱਥੇ ਮਾਸ ਪੈਦਾ ਹੋਇਆ ਹੋਊਗਾ। ਕਹਿਣ ਦਾ ਮਤਲਬ ਕੀ ਆ, ਮੰਨ ਲਓ ਹੁਣ ਅਸੀਂ 1 ਕਿਲੋਗ੍ਰਾਮ ਕੋਲ ਨੂੰ ਬਰਨ ਕੀਤਾ, ਠੀਕ ਹੈ ਜੀ, ਉਹਦੀ ਸਵਾਹ ਬਚ ਗਈ ਮੁੜ ਕੇ ਥੱਲੇ, ਉਹ ਸਵਾਹ ਹੈਗੀ ਹੈ 900 ਗ੍ਰਾਮ ਜਾਂ ਕੁਛ ਘੱਟ ਮਾਸ ਰਹਿ ਗਿਆ। ਹੁਣ ਜਿਹੜਾ ਮਾਸ ਖਤਮ ਹੋਇਆ ਉਹ ਕਿਹ 'ਚ ਬਦਲ ਗਿਆ, ਊਰਜਾ 'ਚ ਬਦਲ ਗਿਆ। ਇਹ ਕਿਹਨੇ ਕਿਹਾ ਸੀ, ਵੀ ਆਇਨਸਟਾਈਨ ਨੇ ਕਿਹਾ ਸੀ। ਆਇਨਸਟਾਈਨ ਦੀ ਇਹ ਸਟੱਡੀ ਜਿਹੜੀ ਜ਼ਿਆਦਾਤਰ ਯੂਜ਼ ਕਿੱਥੇ ਹੁੰਦੀ ਹੈ, ਨਿਊਕਲੀਅਰ ਫਿਸ਼ਨ ਅਤੇ ਫਿਊਜ਼ਨ ਰਿਐਕਸ਼ਨ 'ਚ। ਜਿਹੜੇ ਆਪਣੇ ਇੰਡੀਆ ਦੇ ਵਿੱਚ ਵੀ 3-4 ਜਗ੍ਹਾ ਪਲਾਂਟ ਹੈਗੇ ਨਿਊਕਲੀਅਰ ਪਾਵਰ ਪਲਾਂਟ, ਉੱਥੇ ਨਿਊਕਲੀਅਰ ਰਿਐਕਸ਼ਨਾਂ ਹੁੰਦੀਆਂ ਵਾ, ਉੱਥੇ ਇਹਨਾਂ ਦਾ ਯੂਜ਼ ਹੁੰਦਾ ਵਾ ਆਇਨਸਟਾਈਨ ਮਾਸ ਐਨਰਜੀ ਇਕੁਇਵਲੈਂਟ ਰਿਲੇਸ਼ਨ ਦਾ। ਉਹਨੇ ਕੀ ਕੀਤਾ, ਇਹ ਲੈਡ ਟੂ ਦੀ ਯੂਨੀਫਿਕੇਸ਼ਨ ਇਕੱਠੇ ਕਰਤੇ 2 ਲਾਜ਼, ਇਹਨਾਂ 2 ਲਾਜ਼ ਨੂੰ ਇਕੱਠਾ ਕਰਕੇ ਇੱਕੋ ਹੀ ਲਾਅ ਬਣਾਤਾ। ਉਹਨੂੰ ਕੀ ਕਿਹਾ ਉਹਨੇ, ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਐਂਡ ਐਨਰਜੀ। ਉਹ ਕਹਿੰਦਾ ਵੀ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਐਂਡ ਐਨਰਜੀ ਕਹਿੰਦਾ ਕੀ ਆ, ਉਹਨੇ ਇਹ ਬੋਲਿਆ ਵੀ ਮਾਸ ਅਤੇ ਐਨਰਜੀ ਜਿਹੜੇ ਆ ਉਹ ਇੱਕ ਦੂਜੇ 'ਤੇ ਕਨਵਰਟ ਹੋ ਸਕਦੇ ਆ। ਜੇ ਕਿਤੇ ਕਹਿੰਦਾ ਵੀ ਮਾਸ ਘਟ ਗਿਆ ਵਾ, ਜੇ ਕਿਤੇ ਆਪਾਂ ਦੇਖਿਆ ਜੀ ਮਾਸ ਰਿਡਿਊਸ ਹੋ ਗਿਆ ਵਾ, ਉੱਥੇ ਐਨਰਜੀ ਪੈਦਾ ਹੋਏਗੀ, ਅਤੇ ਜੇ ਕਿਤੇ ਐਨਰਜੀ ਘਟ ਗਈ ਆ, ਉੱਥੇ ਮਾਸ ਪੈਦਾ ਹੋਏਗਾ। ਮਤਲਬ ਇੱਕ ਦੂਸਰੇ 'ਚ ਬਦਲ ਸਕਦੇ ਆ। ਕਿਹੜੇ ਰਿਲੇਸ਼ਨ ਦੇ ਅਕੋਰਡਿੰਗ, E ਇਜ਼ ਇਕੁਅਲ ਟੂ ਦੀ mc², ਵੇਅਰ E ਇਜ਼ ਐਨਰਜੀ, M ਇਜ਼ ਮਾਸ ਐਂਡ C ਕੀ ਆ, ਸਪੀਡ ਆਫ ਲਾਈਟ। ਸਪੀਡ ਆਫ ਲਾਈਟ ਬਾਰੇ ਅਸੀਂ ਅੱਗੇ ਜਾ ਕੇ ਪੜ੍ਹਾਂਗੇ। ਸਪੀਡ ਆਫ ਲਾਈਟ ਕੀ ਹੁੰਦੀ ਹੈ, ਲਾਈਟ ਕਿੰਨੀ ਸਪੀਡ ਨਾਲ ਜਾਂਦੀ ਆ। ਲਾਈਟ ਦੀ ਸਪੀਡ, ਦੁਨੀਆ ਦੇ ਉੱਤੇ ਸਭ ਤੋਂ ਤੇਜ਼ ਲਾਈਟ ਹੀ ਟਰੈਵਲ ਕਰਦੀ ਆ। ਦੁਨੀਆ ਦੇ ਉੱਤੇ ਸਭ ਤੋਂ ਜ਼ਿਆਦਾ ਸਪੀਡ ਕਿਹਦੀ ਹੁੰਦੀ ਹੈ, ਲਾਈਟ ਦੀ। ਲਾਈਟ ਦੀ ਸਪੀਡ ਕਿੰਨੀ ਹੁੰਦੀ ਹੈ, 3 × 10⁸ ਮੀਟਰ ਪ੍ਰਤੀ ਸੈਕਿੰਡ। 3 × 10⁸ ਮੀਟਰ ਪ੍ਰਤੀ ਸੈਕਿੰਡ, 3 × 10⁸ ਮੀਟਰ ਪ੍ਰਤੀ ਸੈਕਿੰਡ। ਅਤੇ ਇਹ ਤੋਂ ਤੁਸੀਂ ਅਨੁਮਾਨ ਲਗਾ ਸਕਦੇ ਆ, ਸੂਰਜ ਆਪਣੇ ਤੋਂ ਏਡੀ ਦੂਰ ਆ, ਸੂਰਜ ਤੋਂ ਜਿਹੜੀ ਪਹਿਲੀ ਰੇ ਤੁਰਦੀ ਆ ਉਹ 8 ਮਿੰਟਾਂ ਦੇ ਕਰੀਬ ਸਾਡੀ ਧਰਤੀ 'ਤੇ ਪਹੁੰਚ ਜਾਂਦੀ ਆ। ਲਗਭਗ 8 ਮਿੰਟ ਦੇ ਕਰੀਬ ਦੇ ਵਿੱਚ ਸਾਡੀ ਧਰਤੀ ਦੇ ਉੱਤੇ ਪਹੁੰਚ ਜਾਂਦੀ। ਜਦੋਂ ਸੂਰਜ ਤੋਂ ਪਹਿਲੀ ਰੇ ਨਿਕਲਦੀ ਆ, ਉਹ ਜਦੋਂ ਮਤਲਬ ਦਿਨ ਚੜ੍ਹਦਾ, ਉਹਦੀ ਪਹਿਲੀ ਰੇ ਜਿਹੜੀ ਆ ਉਹ 8 ਮਿੰਟਾਂ ਦੇ ਵਿੱਚ ਧਰਤੀ 'ਤੇ ਪਹੁੰਚਣ ਨੂੰ ਉਹਨੂੰ ਟਾਈਮ ਲੱਗਦਾ ਵਾ। ਠੀਕ ਹੈ ਜੀ। ਸੋ ਨੈਕਸਟ ਇਜ਼ ਦਾ ਲਾਅ ਆਫ ਕੰਜ਼ਰਵੇਸ਼ਨ ਆਫ ਚਾਰਜ। ਇਹ ਵੀ ਇਹੀ ਕਹਿੰਦਾ ਵੀ ਦੁਨੀਆ ਦੇ ਉੱਤੇ ਜਿੰਨਾ ਚਾਰਜ ਹੈਗਾ ਵਾ ਉਹ ਕੌਂਸਟੈਂਟ ਰਹਿਣਾ ਵਾ, ਨਾ ਉਹ ਖਤਮ ਕੀਤਾ ਜਾ ਸਕਦਾ ਅਤੇ ਨਾ ਹੀ ਬਣਾਇਆ ਜਾ ਸਕਦਾ। ਟੋਟਲ ਚਾਰਜ ਇਨ ਦੀ ਯੂਨੀਵਰਸ ਰਿਮੇਨਸ ਕੌਂਸਟੈਂਟ। ਟੋਟਲ ਚਾਰਜ ਆਫ ਦੀ ਆਈਸੋਲੇਟਡ ਸਿਸਟਮ ਰਿਮੇਨਸ ਕੌਂਸਟੈਂਟ। ਕਿਸੇ ਆਈਸੋਲੇਟਡ ਦਾ, ਇੱਥੇ ਇੱਕ ਵਰਡ ਆ ਗਿਆ ਆਈਸੋਲੇਟਡ, ਇਹਨੂੰ ਧਿਆਨ ਨਾਲ ਨੋਟ ਕਰ ਲਓ। ਆਈਸੋਲੇਟਡ ਦਾ ਮਤਲਬ ਹੁੰਦਾ ਜਿਹਦਾ ਕਿਸੇ ਨਾਲ ਕੋਈ ਲੈਣ ਦੇਣ ਨਾ ਹੋਵੇ, ਨਾ ਉਹਨੇ ਕਿਸੇ ਨੂੰ ਚਾਰਜ ਦੇਣਾ ਹੋਵੇ ਅਤੇ ਨਾ ਕਿਸੇ ਕੋਲ ਲੈਣਾ ਹੋਵੇ। ਜਿੱਦਾਂ ਹੁਣ ਸਾਡੇ ਯੂਨੀਵਰਸ ਦਾ ਵਾ, ਯੂਨੀਵਰਸ ਇੱਕ ਇਕੱਠੀ ਐਂਟੀਟੀ ਆ, ਉਹਦੇ ਵਿੱਚ ਕੀ ਆ, ਇਹਦਾ ਕਿਸੇ ਨਾਲ ਕੋਈ ਐਕਸਚੇਂਜ ਨਹੀਂ ਹੁੰਦਾ ਚਾਰਜ ਦਾ। ਇੱਕ ਯੂਨੀਵਰਸ ਦੇ ਵਿੱਚ ਜਾਂ ਕਿਸੇ ਆਈਸੋਲੇਟਡ ਸਿਸਟਮ ਦੇ ਵਿੱਚ ਜਿਹੜਾ ਵੱਖਰਾ ਪਿਆ ਹੋਵੇ, ਜਿਹਨਾਂ ਕਿਸੇ ਦਾ ਕੋਈ ਲੈਣ ਦੇਣ ਨਹੀਂ ਗਾ, ਕਿਸੇ ਹੋਰ ਸਿਸਟਮ ਨਾਲ ਉਹਨੇ ਕੋਈ ਲੈਣ ਦੇਣ ਨਹੀਂ ਕਰਨਾ, ਉਹਨੂੰ ਅਸੀਂ ਆਈਸੋਲੇਟਡ ਬੋਲਦੇ ਹਾਂ। ਵੱਖਰਾ ਸਿਸਟਮ ਹੋਵੇ, ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਉਸ ਸਿਸਟਮ ਦਾ ਜਿਹੜਾ ਚਾਰਜ ਆ ਟੋਟਲ ਉਹ ਕੀ ਰਹੂਗਾ, ਕੌਂਸਟੈਂਟ ਰਹੂਗਾ। ਠੀਕ ਹੈ ਜੀ। ਦੇਰ ਆਰ ਨੰਬਰ ਆਫ ਅਦਰ ਲਾਜ਼ ਜਿਹੜੇ ਅੱਗੇ ਜਾ ਕੇ ਅਸੀਂ ਪੜ੍ਹਾਂਗੇ।
ਦੂਜੇ ਤੀਜੇ ਯੂਨਿਟ ਦੇ ਵਿੱਚ ਵੀ ਪੜਾਂਗੇ। ਹਲੇ ਆਪਣਾ ਪਹਿਲਾ ਯੂਨਿਟ ਚੱਲਦਾ ਪਿਆ ਲਾ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, ਐਂਗੂਲਰ ਮੋਮੈਂਟਮ। ਇਹਨਾਂ ਲਾਜ਼ ਨੂੰ ਸਮਝਣ ਲਈ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਵੀ ਮੋਮੈਂਟਮ ਕੀ ਹੁੰਦੀ ਆ। ਉਹ ਜਿਹੜੀਆਂ ਟਰਮਸ ਜਿਹੜੀਆਂ ਅੱਗੇ ਜਾ ਕੇ ਆਉਣਗੀਆਂ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਇਸ ਜਿਹੜੇ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ, ਇਹਦੇ ਨੋਟਸ ਬਣਾਓ, ਤੇ ਜੇ ਕੁਝ ਨਹੀਂ ਪਤਾ ਲੱਗਦਾ, ਕਿਸੇ ਵਰਡ ਦੀ ਪੰਜਾਬੀ ਨਹੀਂ ਪਤਾ ਲੱਗਦੀ, ਤੇ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।